सतगुर सिख के बंधन काटे, गुर का सिख विकार ते हाटे। सतगुरु सिख दे जदों बंधन कट दिंदा है ना, उदों ओदा मन विकारां तो हट जाता है। बंधन की हन ते किवें कट्टे जांदे हन, उस तो पहला तुसीं जाणो सतगुरु कौन है। ते सतगुरु दी परिभाषा एक कबीर जी दा शब्द है, ਉਹਦੇ ਵਿੱਚ जैसी कीती गई है ना, शायद ही ऐसी सुंदर सतगुर संत दी परिभाषा किसी ने कीती होवे। यह शब्द कुदरती ख्याल उदण आया जिदण कबीर जी दे शब्द की किसी ने गल कीती सी। तो मैनू ख्याल आया कि मैं एक शब्द बहुत ही प्यारा पढ़िया सी। तो जदों उस पुस्तक नूं ਲੱਭ के कढ़िया तो पुस्तक तो गर चुकी सी। एक छोटी जी पुस्तक कोई भेंट कर गया सी बहुत साल पहला। तो पुस्तक तो सारी गर चुकी सी, पर शब्द पढ़न योग सी। तो शब्द बहुत ही प्यारा है। शायद सिख बहुते गौर दे नाल ना सुनन, क्योंकि उन्होंने लगता है भी गुरु ग्रंथ साहब जी दे विच जो शब्द है ना वो ही ठीक है। क्योंकि इन्ना जागृत तो कोई है नहीं जिहड़ा जान सके भी उस तो बाहर भी बहुत प्यारे उपदेश हैं सतपुरखां दे जिन्हां ने जानिया है। ऐसा ही ये एक प्यारा उपदेश कबीर जी का है। तो बहुत ही सीधी सादी सरल भाषा दे विच कहा गया है। मैनूं लगदा नहीं है भी इहदी व्याख्या करन दी लोड़ है। तुसीं बहुत ही सहजता दे नाल, क्योंकि यह जो सतपुरख हैं ना बड़े ही सहज ते सरल भाषा दे विच समझाउंदे हन ताकि अगले नूं समझ विच आ सके। ते जिहड़े इलाके च कबीर जी सन उस इलाके दी ये हिंदी भाषा है। ते तुसीं सुन के ही ज़्यादातर समझ लवोगे। शब्द है, भाई कोई सतगुर संत कहावै, नैनन अलख लिखावै, डोलत डिगै ना बोलत बिसरै, जब उपदेश दिरड़ावै, प्राण पूज्य क्रिया तय न्यारा, सहज समाध सिखावै, कर्म करै निह कर्म रहै जो, ऐसी जुगत लिखावै, सदा बिलास आस नह मन में, भोग में जोग जगावै, धरती त्याग आकाशों त्यागै, धर मड़ैया छावै, सुन शिखर के सार शिला पर, आसन अचल जमावै,
ਭੀਤਰ ਰਾਹਾ ਸੋ ਬਾਹਰ ਦੇਖੈ, ਦੂਜਾ ਦ੍ਰਿਸ਼ਟ ਨ ਆਵੈ। ਕਹਿਤ ਕਬੀਰ ਬਸਾ ਹੈ ਹੰਸਾ, ਆਵਾ ਗਮਨ ਮਿਟਾਵੈ। ਐਸੇ ਸਤਿਗੁਰ ਸੰਤ ਦੀ ਪਰਿਭਾਸ਼ਾ ਕਬੀਰ ਜੀ ਨੇ ਕੀਤੀ ਹੈ। ਇੱਕ ਇੱਕ ਪੰਕਤੀ ਦੇ ਵਿੱਚ ਜੋ ਵਾਸਤਵਿਕ ਦੇ ਵਿੱਚ ਹੁੰਦਾ ਹੈ ਨਾ, ਸਤਿਗੁਰੂ ਦੀ ਦੇ ਵਿੱਚ ਮੌਜੂਦ ਸੰਤ ਦੇ ਵਿੱਚ, ਜਾਗਰਤ ਪੁਰਸ਼ ਦੇ ਵਿੱਚ, ਉਹ ਸਮਝਾਇਆ। ਪਰ ਮੈਂ ਜਦੋਂ ਐਸੇ ਸ਼ਬਦ ਦਾ ਉਪਯੋਗ ਕਰਦਾ ਹਾਂ ਤੇ ਤੁਸੀਂ ਐਸਾ ਨਾ ਸੋਚ ਲੈਣਾ ਹੈ ਕਿ ਮੈਂ ਆਪਣੇ ਵੱਲੋਂ ਉਪਯੋਗ ਕਰ ਰਿਹਾ। ਮੈਂ ਕੁਛ ਵੀ ਨਹੀਂ ਹਾਂ। ਇਸ ਕਰਕੇ ਮੈਂ ਕਿਸੇ ਸ਼ਬਦ ਨਾਲ ਆਪਣੇ ਆਪ ਨੂੰ ਜੋੜਦਾ ਨਹੀਂ ਹਾਂ। ਕੋਈ ਮੈਨੂੰ ਸੰਤ ਕਹਿ ਦਿੰਦਾ ਹੈ, ਕੋਈ ਮਹਾਤਮਾ ਕਹਿ ਦਿੰਦਾ ਹੈ, ਕੋਈ ਕੁਛ ਕਹਿੰਦਾ ਹੈ, ਕੋਈ ਕੁਛ ਕਹਿੰਦਾ ਹੈ। ਮੈਂ ਕਦੇ ਨਹੀਂ ਕਿਹਾ ਵੀ ਮੈਨੂੰ ਕੁਛ ਵਿਸ਼ੇਸ਼ ਸ਼ਬਦ ਦੁਆਰਾ ਸੰਬੋਧਨ ਕਰੋ। ਨਹੀਂ, ਸਾਰਿਆਂ ਦਾ ਭਾਵ ਹੈ ਅਲੱਗ ਅਲੱਗ, ਲਹਿਦਾ ਦ੍ਰਿਸ਼ਟੀਕੋਣ ਹੈ, ਲਹਿਦਾ ਸੋਚ ਹੈ, ਲਹਿਦਾ ਢੰਗ ਨਾਲ ਤੁਸੀਂ ਦੇਖ ਰਹੇ ਹੋ, ਜੈਸਾ ਵੀ ਤੁਹਾਨੂੰ ਪ੍ਰੀਤੀਕਰ ਲੱਗੇ। ਤੇ ਵੈਸਾ ਹੀ ਤੁਸੀਂ ਬਾਹਰੋਂ ਦੇਖਦੇ ਹੋ, ਸੋਚਦੇ ਹੋ, ਤੇ ਤੁਹਾਡਾ ਹੈ ਸੋਚਣਾ, ਤੁਸੀਂ ਕਿਹੜੇ ਢੰਗ ਨਾਲ ਸੋਚਦੇ। ਫਿਰ ਦੂਸਰੀ ਗੱਲ ਇਹ ਹੈ ਵੀ ਜੈਸਾ ਤੁਸੀਂ ਬਾਹਰੋਂ ਸੋਚਦੇ ਹੋ, ਸੰਬੰਧ ਬਣਾਉਂਦੇ ਹੋ, ਅਗਰ ਤਾਂ ਸੰਸਾਰਿਕ ਸੰਬੰਧ ਬਣਾ ਲਿਆ ਬਾਹਰੀ ਤਾਂ ਉਹ ਬਾਹਰੀ ਜੋ ਸੰਸਾਰਿਕ ਸੰਬੰਧਾਂ ਦੁਆਰਾ ਮਿਲਦਾ ਹੈ ਨਾ, ਉਹ ਮਿਲੇਗਾ। ਕੋਈ ਪੁੱਤਰ ਦਾ ਰਿਸ਼ਤਾ ਬਣਾ ਲੈਂਦਾ ਹੈ, ਕੋਈ ਭਰਾ ਦਾ ਬਣਾ ਸਕਦਾ ਹੈ, ਕੋਈ ਹੋਰ ਬਣਾ ਸਕਦਾ ਹੈ। ਆਪਣਾ ਆਪਣਾ ਢੰਗ ਹੈ ਸਾਰਿਆਂ ਦਾ ਬਾਹਰੋਂ ਰਿਸ਼ਤਾ ਜੋੜਨ ਦਾ। ਅਤੇ ਜਿਹੜੇ ਸੰਸਾਰੀ ਰਿਸ਼ਤੇ ਹਨ, ਵੈਸਾ ਰਿਸ਼ਤਾ ਜੋੜ ਲਿਆ ਤੇ ਵੈਸਾ। ਪਰ ਅਗਰ ਪਰਮਾਰਥਿਕ ਰਿਸ਼ਤਾ ਜੋੜਿਆ ਤਾਂ ਉਸ ਰਿਸ਼ਤੇ ਦੇ ਵਿੱਚ ਸਾਰੇ ਹੀ ਰਿਸ਼ਤੇ ਆ ਜਾਂਦੇ ਹਨ। ਉਹ ਪਰਮ ਰਿਸ਼ਤਾ ਹੈ। ਤੁਹਾਨੂੰ ਸ਼ਬਦ ਦੇਣ ਦੀ ਵੀ ਨਹੀਂ ਲੋੜ। ਸ਼ਬਦ ਤੋਂ ਬਗੈਰ ਜਿਹੜਾ ਰਿਸ਼ਤਾ ਹੈ ਉਹ ਜ਼ਿਆਦਾ ਵਧੀਆ। ਵਾਸਤਵਿਕ ਰਿਸ਼ਤਾ ਉਹ ਹੀ ਹੈ ਜਿਹੜਾ ਸ਼ਬਦਾਂ ਵਿੱਚ ਨਹੀਂ ਆਉਂਦਾ ਹੈ। ਜਿਵੇਂ ਪਰਮਾਤਮਾ ਦਾ ਤੁਹਾਡਾ ਰਿਸ਼ਤਾ ਕੋਈ ਸ਼ਬਦਾਂ ਵਿੱਚ ਥੋੜ੍ਹੀ ਆਉਂਦਾ ਹੈ। ਐਸਾ ਰਿਸ਼ਤਾ ਸੰਸਾਰ ਦੇ ਵਿੱਚ ਵੀ ਹੁੰਦਾ ਹੈ ਜਿਹੜਾ ਸ਼ਬਦਾਂ 'ਚ ਨਹੀਂ ਆਉਂਦਾ। ਪਰਮਾਤਮਾ ਜਿਹਾ ਰਿਸ਼ਤਾ ਜਦੋਂ ਹੋ ਜਾਂਦਾ ਹੈ ਨਾ, ਉਦੋਂ ਫਿਰ ਪਰਮਾਤਮਾ ਜਿਹਾ ਨਜ਼ਰ ਵੀ ਆਉਂਦਾ ਹੈ। ਅਤੇ ਜੈਸਾ ਤੁਸੀਂ ਬਣਾਉਂਦੇ ਹੋ ਬਾਹਰੋਂ ਰਿਸ਼ਤਾ, ਜੈਸੇ ਤੁਸੀਂ ਦੇਖਦੇ ਹੋ, ਜੈਸਾ ਤੁਸੀਂ ਸੋਚਦੇ ਹੋ, ਵੈਸਾ ਤੁਸੀਂ ਪਾਉਂਦੇ ਹੋ। ਅਤੇ ਜਿਹੜਾ ਵਾਸਤਵਿਕ ਦੇ ਵਿੱਚ ਜਾਗਰਤ ਪੁਰਸ਼ ਹੈ, ਬੰਧਨ ਮੁਕਤ ਹੈ, ਉਹ ਦੂਸਰੇ ਨੂੰ ਬੰਧਨ ਮੁਕਤ ਕਰਦਾ ਹੈ। ਪਰ ਬੰਧਨ ਜਿਹੜੇ ਹਨ ਇਹ ਬਹੁਤ ਤਰ੍ਹਾਂ ਦੇ ਹਨ, ਬਹੁਤ ਪੱਖ ਤੋਂ ਹਨ।
ਇੱਕ ਪੱਖ ਤੋਂ ਆਦਮੀ ਨਹੀਂ ਬੰਧਿਆ ਹੋਇਆ। ਜਿਵੇਂ ਜਾਲ ਹੈ ਨਾ, ਜਾਲ ਦੇ ਵਿੱਚ ਮੱਛੀ ਫਸੀ ਹੁੰਦੀ ਹੈ। ਤੇ ਜਾਲ ਨੂੰ ਤੇ ਇੱਕ ਪਾਸੇ ਤੁਸੀਂ ਕੱਢ ਦਿਓ, ਮੱਛੀ ਕੱਢ ਲਓ, ਪਰ ਇਹ ਐਸਾ ਜਾਲ ਹੈ ਵੀ ਇੱਕ ਪਾਸੇ ਫਸੋ, ਕੱਢੋ, ਦੂਸਰੇ ਪਾਸੇ ਉਲਝ ਜਾਂਦਾ ਹੈ। ਜਾਲ ਦੇ ਉੱਪਰ ਜਾਲ ਪਿਆ ਹੋਇਆ ਹੈ, ਜੰਜਾਲ ਹੈ ਕਹਿ ਲਈਏ, ਸੰਸਾਰ ਇੱਕ ਜੰਜਾਲ 'ਚ ਫਸਿਆ ਹੋਇਆ ਹੈ ਆਦਮੀ। ਤੇ ਬਹੁਤ ਤਰ੍ਹਾਂ ਦੇ ਬੰਧਨ ਹਨ, ਪਰ ਬੰਧਨ ਨਜ਼ਰ ਕਿਉਂ ਨਹੀਂ ਆਉਂਦੇ ਹਨ? ਕਿਉਂਕਿ ਤੁਸੀਂ ਜਦੋਂ ਦੇ ਪੈਦਾ ਹੋਏ ਹੋ ਸੰਸਾਰ ਵਿੱਚ ਹੀ ਆਪਣੇ ਆਪ ਨੂੰ ਦੇਖਿਆ ਹੈ। ਸੰਸਾਰ 'ਚ ਹੀ ਰਹੇ ਹੋ, ਉਹਦੇ ਵਿੱਚ ਹੀ ਜੀ ਰਹੇ ਹੋ, ਉਹਦੇ ਵਿੱਚ ਹੀ ਭੋਗ ਰਹੇ ਹੋ। ਭਾਵੇਂ ਦੁਖੀ ਸੁਖੀ ਹੁੰਦੇ ਹੋ, ਪਤਾ ਵੀ ਲੱਗਦਾ ਬੰਧਨ ਹੈ, ਫਸੇ ਹੋਏ। ਪਰ ਬਾਹਰਲਾ ਨਹੀਂ ਤੁਸੀਂ ਦੇਖਿਆ ਹੈ ਵੀ ਬੰਧਨ ਤੋਂ ਬਾਹਰ ਵੀ ਕੁਝ ਹੈ, ਸੰਸਾਰ ਤੋਂ ਬਾਹਰ ਵੀ ਕੁਝ ਹੈ। ਖਿਆਲ ਹੀ ਨਹੀਂ ਹੈ ਨਾ। ਬਾਕੀ ਜਿੱਥੇ ਵੀ ਤੁਸੀਂ ਜਾਂਦੇ ਹੋ ਸੰਸਾਰੀ ਲੋਕ ਹਨ ਜ਼ਿਆਦਾ। ਸਾਧੂ ਮਹਾਤਮਾ ਵੀ ਸੰਸਾਰੀ ਹਨ, ਕਿਉਂਕਿ ਉਹ ਵੀ ਬੰਧਨ ਦੇ ਵਿੱਚ ਬੰਧੇ ਹੋਏ ਹਨ। ਬੰਧਨ ਦਾ ਭਾਵ ਹੁੰਦਾ ਹੈ ਵੀ ਉਹ ਵੀ ਸਵਾਰਥੀ ਹਨ ਤੇ ਬਾਹਰੋਂ ਜੋੜ ਕੇ ਰੱਖਦੇ ਹਨ ਆਪਣੇ ਭਗਤਾਂ ਨੂੰ, ਆਪਣੇ ਸ਼ਿਸ਼ਿਆਂ ਨੂੰ, ਆਪਣੇ ਪ੍ਰੇਮੀਆਂ ਨੂੰ। ਬਾਹਰੋਂ ਜੋੜ ਕੇ ਰੱਖਦੇ ਹਨ। ਕਈ ਰਿਸ਼ਤੇਦਾਰੀਆਂ ਬਾਹਰੋਂ ਬਣਾ ਕੇ ਰੱਖਦੇ ਹਨ। ਹਾਲ ਚਾਲ ਪੁੱਛਦੇ ਰਹਿੰਦੇ ਹਨ, ਸੱਦਦੇ ਰਹਿੰਦੇ ਹਨ, ਪ੍ਰੋਗਰਾਮਾਂ 'ਤੇ ਸਤਿਕਾਰ ਕਰਦੇ ਰਹਿੰਦੇ ਹਨ। ਤੋ ਵੈਸੇ ਹੀ ਹੈ ਸੰਸਾਰੀ, ਬਾਹਰੀ ਰਿਸ਼ਤਾ, ਉੱਦਾਂ ਹੀ ਬੰਧਨ ਹਨ। ਅਤੇ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਬੰਧਨ ਹਨ। ਬੰਧਨਾਂ ਦੇ ਵਿੱਚ ਹੀ ਤੁਸੀਂ ਸੁਣ ਰਹੇ ਹੋ, ਸਮਝ ਰਹੇ ਹੋ, ਤੁਹਾਡੇ ਖਿਆਲ ਵਿੱਚ ਨਹੀਂ ਆ ਰਹੀ ਹੈ ਗੱਲ। ਇਸ ਕਾਰਨ ਤੁਸੀਂ ਸੋਚ ਲੈਂਦੇ ਹੋ ਬਾਹਰ ਬੈਠ ਕੇ ਵੀ ਵੈਸਾ ਹੀ ਇੱਧਰ ਵੀ ਹੋ ਰਿਹਾ ਹੈ। ਪਰ ਇੱਥੇ ਤੁਸੀਂ ਬਾਹਰ ਬੈਠ ਕੇ ਸੋਚੋਗੇ ਤਾਂ ਐਸਾ ਲੱਗੇਗਾ। ਅਗਰ ਤੁਸੀਂ ਇੱਥੇ ਆਣ ਕੇ ਰਹੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਇੱਥੇ ਰਹਿਣ ਵਾਲੇ ਕਿਵੇਂ ਸੁਤੰਤਰ ਹੋ ਰਹੇ ਹਨ, ਕਿਵੇਂ ਬੰਧਨਾਂ ਤੋਂ ਮੁਕਤ ਹੋ ਰਹੇ ਹਨ। ਪਹਿਲਾਂ ਤਾਂ ਸੰਸਾਰਿਕ ਬੰਧਨ ਹਨ ਤੁਹਾਡੇ ਆਪਣਿਆਂ ਦੇ, ਉਹਨਾਂ ਨਾਲ ਤੁਸੀਂ ਜੁੜੇ ਹੋਏ ਹੋ। ਉਹ ਬੰਧਨ ਕਿਉਂ ਹਨ? ਸਵਾਰਥ ਕਰਕੇ। ਤੁਸੀਂ ਉਹਨਾਂ ਤੋਂ ਬਗੈਰ ਨਹੀਂ ਰਹਿ ਸਕਦੇ, ਉਹ ਤੁਹਾਡੇ ਤੋਂ ਬਗੈਰ ਨਹੀਂ ਰਹਿ ਸਕਦੇ। ਤੁਹਾਨੂੰ ਉਹਨਾਂ ਦੀ ਲੋੜ ਹੈ, ਉਹਨਾਂ ਨੂੰ ਤੁਹਾਡੀ ਲੋੜ ਹੈ। ਅਤੇ ਇੱਕ ਦੂਸਰੇ ਨੂੰ ਜ਼ਰੂਰਤ ਹੈ ਨਾ ਇੱਕ ਦੂਸਰੇ ਦੀ, ਅਤੇ ਇੱਕ ਦੂਸਰੇ ਨੂੰ ਜਾਣ ਨਹੀਂ ਦਿੰਦਾ ਹੈ ਬਾਹਰ ਕੋਈ, ਬਿਨਾਂ ਪੁੱਛੇ। ਕਿੱਧਰ ਚਲੇ ਗਏ ਤੁਸੀਂ? ਵਾਪਸ ਆ ਜਾਓ। ਅਤੇ ਤੁਹਾਨੂੰ ਵਾਪਸ ਆਉਣਾ ਪੈਂਦਾ ਹੈ, ਕਿਉਂਕਿ ਉਹਨਾਂ ਦਾ ਦਿਲ ਨਹੀਂ ਲੱਗਦਾ। ਅਤੇ ਇੱਕ ਦੂਸਰੇ ਤੋਂ ਬਗੈਰ ਨਹੀਂ ਰਹਿ ਸਕਦੇ, ਬੰਧਨ ਹੈ। ਇੱਥੇ ਹੀ ਹੁਕੂਮਤ ਚਾਲੂ ਹੁੰਦੀ ਹੈ, ਹੁਕਮ। ਅਤੇ ਫਿਰ ਇੱਥੇ ਹੀ ਦਾਵਾ ਹੁੰਦਾ ਹੈ ਇੱਕ ਦੂਸਰੇ ਦਾ। ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸੰਗ, ਜੋ ਦਨ ਨਿਰਦਾਵੇ ਰਹੇ। ਪਰ ਦਾਵਾ ਕਿਉਂ ਹੁੰਦਾ ਹੈ? ਤੂੰ ਮੇਰਾ ਪਤੀ ਹੈ, ਮੇਰਾ ਹੱਕ ਹੈ ਤੇਰੇ 'ਤੇ। ਇਹੋ ਹੀ ਦਾਵਾ ਹੈ ਨਾ। ਤੂੰ ਮੇਰੀ ਪਤਨੀ ਹੈ, ਮੇਰਾ ਹੱਕ ਹੈ ਤੇਰੇ 'ਤੇ। ਤੂੰ ਮੇਰਾ ਬੱਚਾ ਹੈ, ਮੇਰਾ ਹੱਕ ਹੈ। ਤੂੰ ਮੇਰਾ ਪਤੀ ਪਿਤਾ ਹੈ, ਹੱਕ।
ਤੇ ਇੱਕ ਦੂਸਰੇ 'ਤੇ ਹੱਕ ਜਲਾਉਂਦੇ ਹਨ। ਸੰਸਾਰੀ ਲੋਕ ਹੱਕ ਕਿਉਂ ਜਲਾਉਂਦੇ ਹਨ? ਵੀ ਉਹ ਤੋਂ ਬਗੈਰ ਨਹੀਂ ਰਹਿ ਸਕਦੇ, ਉਹ ਤੋਂ ਬਗੈਰ ਚੱਲਦਾ ਨਹੀਂ, ਕੋਈ ਨਾ ਕੋਈ ਸਵਾਰਥ। ਤੇ ਸਭ ਬੰਧਨ ਦੇ ਵਿੱਚ ਪਏ ਹੋਏ ਹਨ, ਪਰ ਇੱਧਰ ਕੋਈ ਸਵਾਰਥ ਨਹੀਂ ਹੈ। ਇਹੋ ਹੀ ਫਰਕ ਹੈ। ਸੰਸਾਰੀ ਆਦਮੀ ਸਵਾਰਥੀ ਹੁੰਦਾ ਹੈ, ਪਰਮਾਰਥਿਕ ਆਦਮੀ ਸਵਾਰਥੀ ਨਹੀਂ ਹੁੰਦਾ ਹੈ। ਮੈਨੂੰ ਕੋਈ ਸਵਾਰਥ ਨਹੀਂ ਹੈ। ਮੈਂ ਐਸਾ ਥੋੜ੍ਹੀ ਸੋਚਦਾ ਹਾਂ ਵੀ ਮੇਰੀ ਤੁਸੀਂ ਸੇਵਾ ਕਰੋ, ਮੇਰੇ ਕੋਲ ਰਹੋ, ਮੇਰਾ ਤੁਹਾਡੇ ਤੋਂ ਬਗੈਰ ਗੁਜ਼ਾਰਾ ਨਹੀਂ ਹੈ, ਮੇਰਾ ਚੱਲਦਾ ਨਹੀਂ, ਮੇਰਾ ਦਿਲ ਨਹੀਂ ਲੱਗਦਾ ਤੁਹਾਡੇ ਤੋਂ ਬਗੈਰ। ਅਗਰ ਮੈਂ ਸਵਾਰਥੀ ਹੋਵਾਂਗਾ ਤਾਂ ਤੁਹਾਨੂੰ ਮੈਂ ਬੰਧਨ ਦੇ ਵਿੱਚ ਪਾਵਾਂਗਾ। ਅਗਰ ਰੰਚਕ ਮਾਤਰ ਵੀ ਮੇਰਾ ਸਵਾਰਥ ਹੋਇਆ ਨਾ, ਵੀ ਤੁਸੀਂ ਬਹੁਤ ਵਧੀਆ ਸੇਵਾ ਕਰ ਰਹੇ ਹੋ, ਵੀ ਚੰਗੇ ਹੋ, ਤੁਸੀਂ ਨਾ ਜਾਓ ਮੇਰੇ ਕੋਲ, ਉਦੋਂ ਹੀ ਬੰਧਨ ਸ਼ੁਰੂ ਹੋ ਗਿਆ। ਅਤੇ ਮੈਂ ਅਕਸਰ ਕਹਿੰਦਾ ਵੀ ਹੁੰਦਾ ਹਾਂ ਵੀ ਤੁਸੀਂ ਜਦੋਂ ਵੀ ਜਾਣਾ ਚਾਹੋ ਬਿਨਾਂ ਪੁੱਛੇ ਮੇਰੇ ਕੋਲ ਜਾ ਸਕਦੇ ਹੋ।